ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। हुकूमत मुखालिफ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦਾ ਇਜਲਾਸ ਹੋਇਆ, ਉਹਨਾਂ ਦੀ ਲੀਡਰਸ਼ਿਪ ਮਿਲੀ ਔਰ ਉਹਨਾਂ ਨੇ ਆਪਸ ਦੇ ਵਿੱਚ ਇਹ ਤੈਅ ਕਰਨ ਦੀ ਕੋਸ਼ਿਸ਼ ਕੀਤੀ ਕਿ ਇਸ ਮੌਜੂਦਾ ਸੂਰਤ ਹਾਲ ਦੇ ਵਿੱਚ ਆਪਣਾ ਕਿਰਦਾਰ ਕਿਵੇਂ ਵਾਜ਼ਿਹ ਕਰਨ। ਪਹਿਲੇ ਤਾਂ ਉਹਨਾਂ ਨੇ ਨਿਸ਼ਾਨਦੇਹੀ ਇਹ ਕੀਤੀ ਕਿ ਮਸਲਾ ਕੀ ਹੈ, ਅਤੇ ਇਹਨਾਂ ਸਾਰੀਆਂ ਜਮਾਤਾਂ ਦਾ ਜਿਹੜਾ ਮੁਸ਼ਤਰਕਾ ਇੱਕ ਨੁਕਤਾ ਸਾਹਮਣੇ ਆਇਆ ਜਿਹਦੇ 'ਤੇ ਇਤਫਾਕ ਹੋਇਆ ਇਹ ਸੀ ਕਿ ਮੁਲਕ ਦੇ ਵਿੱਚ ਆਇਨ ਮੌਜੂਦ ਨਹੀਂ। ਆਇਨ ਮੌਜੂਦ ਨਹੀਂ ਤਾਂ ਆਇਨੀ ਇਦਾਰੇ ਕੰਮ ਨਹੀਂ ਕਰ ਰਹੇ, ਜਮਹੂਰੀ ਇਦਾਰੇ ਕਾਇਮ ਨਹੀਂ ਕਰ ਰਹੇ। ਫਿਰ ਉਹਨੇ ਕਿਹਾ ਜਮਹੂਰੀਅਤ ਨਹੀਂ ਹੈਗੀ, ਆਇਨ ਮੁਅੱਤਲ ਹੈ। ਅੱਛਾ, ਇਹ ਦੋ ਤਿੰਨ ਚੀਜ਼ਾਂ ਤੋਂ ਬਾਅਦ ਉਹਨੇ ਤੈਅ ਕੀਤਾ ਕਿ ਫਿਰ ਕਰੀਏ ਕੀ ਅਸੀਂ। ਇਹ ਪੂਰੇ ਵਲੌਗ ਦੇ ਵਿੱਚ ਅਸੀਂ ਇਹ ਸਿਰਫ ਇੰਨੀ ਗੱਲ ਨਹੀਂ, ਗੱਲ ਹੋਰ ਵੀ ਅੱਗੇ ਹੈਗੀ। IMF ਦਾ ਵੀ ਵਿੱਚ ਜ਼ਿਕਰ ਹੈ ਔਰ ਇਹ ਵੀ ਜ਼ਿਕਰ ਹੈ ਕਿ IMF ਕੀ ਕੋਈ ਸਿਆਸੀ ਮਸਾਲਿਹਤ ਵਾਸਤੇ ਰੋਲ ਅਦਾ ਕਰ ਸਕਦਾ ਹੈ ਜਾਂ ਕਰਨਾ ਚਾਹੁੰਦਾ ਹੈ। ਅਤੇ ਇਹ ਜਦੋਂ ਇਜਲਾਸ ਦੇ ਵਿੱਚ ਤੈਅ ਪਾਇਆ ਤਾਂ ਉਹਨਾਂ ਨੇ ਕਿਹਾ ਜੀ ਕਿ ਅਸੀਂ ਫਿਰ ਲੋਕਾਂ ਨੂੰ ਕਿਵੇਂ ਦੱਸੀਏ ਜਾ ਕੇ। ਪਹਿਲਾਂ ਇਹ ਹੋਈ ਤਜਵੀਜ਼ ਕਿ ਜਲਸੇ ਕੀਤੇ ਜਾਣ, ਅਤੇ ਜਲਸੇ ਦੀ ਜਦੋਂ ਗੱਲ ਆਈ ਤਾਂ ਫਿਰ ਇਹ ਵੀ ਗੱਲ ਹੋਈ ਕਿ ਜਲਸੇ ਦੀ ਇਜਾਜ਼ਤ ਨਹੀਂ ਮਿਲਦੀ। ਜਿੱਥੇ ਆਪੋਜੀਸ਼ਨ ਜਲਸੇ ਦੀ ਇਜਾਜ਼ਤ ਮੰਗਦੀ ਹੈ ਉੱਥੇ ਦਫਾ 144 ਲਾ ਦਿੱਤੀ ਜਾਂਦੀ। ਅਤੇ ਫਿਰ ਇਹ ਤੈਅ ਪਾਇਆ ਕਿ ਇਹਦੇ ਵਾਸਤੇ ਅਦਾਲਤਾਂ ਤੋਂ ਰਾਬਤਾ ਕੀਤਾ ਜਾਵੇ। ਜ਼ਾਹਿਰ ਹੈ ਖਾਸ ਕਮੇਟੀਆਂ ਵਕੀਲਾਂ ਦੀਆਂ ਬਣਨਗੀਆਂ ਜਿਹੜੀਆਂ ਇਹ ਜਿਹੜਾ ਮਰਹਲਾ ਹੋਵੇਗਾ ਉਹਦੇ ਵਾਸਤੇ ਐਪਲੀਕੇਸ਼ਨਸ ਦੇਣਗੀਆਂ ਜ਼ਿਲ੍ਹੀ ਇੰਤਜ਼ਾਮੀਆਂ ਨੂੰ, ਅਦਾਲਤਾਂ ਦੇ ਵਿੱਚ ਇਹ ਸਾਰਾ ਪ੍ਰੋਸੈਸ ਮੁਕੰਮਲ ਕਰਨਗੀਆਂ। ਫਿਰ ਇਹ ਹੋਇਆ ਕਿ ਬਾਰ ਕੌਂਸਲ ਜਿਹੜੀਆਂ ਮੁਤਬਾਦਲ ਅਰੇਂਜਮੈਂਟ ਜਿਹੜੇ ਨੇ ਕਿ ਜਲਸੇ ਦੇ ਵੱਡੇ ਦੀ ਇਜਾਜ਼ਤ ਅਗਰ ਨਹੀਂ ਮਿਲਦੀ ਜਾਂ ਕਿਸੇ ਵਜ੍ਹਾ ਨਾਲ ਹਾਲਾਤ ਸਾਜ਼ਗਾਰ ਨਹੀਂ ਹੁੰਦੇ ਤਾਂ ਫਿਰ ਮੁਤਬਾਦਲ ਨਾਲ ਕੀ ਕੀਤਾ ਜਾਏਗਾ। ਅਤੇ ਉਹਦਾ ਇਹ ਵੇ ਕਿ ਬਾਰ ਕੌਂਸਲ ਨਾਲ ਖਿਤਾਬ ਕੀਤਾ ਜਾਏਗਾ। ਅੱਛਾ, ਬਾਰ ਕੌਂਸਲ ਦਾ ਇਸ ਵਕਤ ਜਿਹੜਾ ਅਗਰ ਤੁਸੀਂ ਮੂਡ ਵੇਖੋ ਤਾਂ ਉਹ ਖਾਸਾ ਹਕੂਮਤ ਦੇ ਖਿਲਾਫ ਹੈ। ਅਦਾਲਤਾਂ ਦੀ ਮੁੰਤਕਲੀ ਦੇ ਹਵਾਲੇ ਨਾਲ ਲਾਹੌਰ ਦੇ ਵਿੱਚ ਜਿਹੜਾ ਵਾਕਿਆ ਹੋਇਆ, ਲਾਹੌਰ ਹਾਈ ਕੋਰਟ ਦੇ ਹੁਕਮ ਦੇ ਖਿਲਾਫ, ਔਰ ਫਿਰ ਪੁਲਿਸ ਔਰ ਵਕਲਾ ਦੇ ਵਿੱਚ ਜਿਹੜਾ ਕਲੈਸ਼ ਹੋਇਆ ਔਰ ਉਹਦੀ ਵਜ੍ਹਾ ਨਾਲ ਹਾਲੇ ਤੱਕ ਹੜਤਾਲ ਚੱਲਣ ਡਈ, ਇਹਨੂੰ ਸਾਹਮਣੇ ਰੱਖਦੇ ਔਰ ਉਹ ਹੜਤਾਲ ਪੂਰੇ ਪਾਕਿਸਤਾਨ 'ਚ ਫੈਲੀ। ਇਸ ਮੰਜ਼ਰਨਾਮੇ ਨੂੰ ਸਾਹਮਣੇ ਰੱਖਦੇ ਹੋਏ ਅਤੇ ਤੁਸੀਂ ਇਹਦਾ ਜਾਇਜ਼ਾ ਲਵੋ ਕਿ ਬਾਰ ਕੌਂਸਲਾਂ ਨਾਲ ਜਿਹੜਾ ਖਿਤਾਬ ਹੋਏਗਾ ਉੱਥੇ ਮਾਹੌਲ ਕੀ ਹੋਏਗਾ ਅਤੇ ਕਿਸ ਤਰ੍ਹਾਂ ਦੀਆਂ ਗੱਲਾਂ ਹੋਣਗੀਆਂ। ਉਸ ਤੋਂ ਬਾਅਦ ਫਿਰ ਸੈਮੀਨਾਰਸ ਦਾ ਕਿਹਾ ਗਿਆ ਕਿ ਸੈਮੀਨਾਰਸ ਕਰਵਾਏ ਜਾਣਗੇ ਔਰ ਉੱਥੇ ਆਪਣੀ ਗੱਲ ਕੀਤੀ ਜਾਏਗੀ। ਅੱਛਾ, ਇਹ ਤਾਂ ਹੋ ਗਿਆ ਉਹ ਕਾਨੂੰਨੀ ਤਰੀਕਾ ਜਿਵੇਂ ਆਮ ਤੌਰ 'ਤੇ ਜਮਹੂਰੀ ਮੁਆਸ਼ਰਿਆਂ ਦੇ ਵਿੱਚ ਹੁੰਦਾ। ਫਿਰ ਇਸ ਇਜਲਾਸ ਦੇ ਵਿੱਚ ਕੁਝ ਹੋਰ ਵੀ ਗੱਲਾਂ ਹੋਈਆਂ ਨੇ। ਇੱਕ ਗੱਲ ਇਹ ਹੋਈ ਕਿ ਪਾਕ ਫੌਜ ਦੇ ਤਰਜਮਾਨ ਨੇ ਚੰਦ ਦਿਨ ਪਹਿਲੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਔਰ ਜੋ ਕੁਝ ਉਹਨਾਂ ਨੇ ਵਿੱਚ ਕਿਹਾ, ਉਹਨਾਂ ਨੇ ਕਿਹਾ ਜੀ ਅਸੀਂ ਉਹਨਾਂ ਦਾ ਮੌਕਫ ਜਿਹੜਾ ਮੁਸਤਰਦ ਕਰਨੇ। ਇਹ ਇਹਨਾਂ ਨੇ ਜਮਾਤਾਂ ਨੇ ਕਿਹਾ। ਫਿਰ ਉਹਨਾਂ ਕਿਹਾ ਵਕਲਾ ਦੇ ਉੱਤੇ ਜਿਹੜਾ ਤਸ਼ੱਦਦ ਕੀਤਾ ਗਿਆ ਲਾਹੌਰ ਦੇ ਵਿੱਚ ਲਾਹੌਰ ਪੁਲਿਸ ਵੱਲੋਂ, ਉਹਦੀ ਮਜ਼ੰਮਤ ਕੀਤੀ ਜਾਂਦੀ। ਇੰਝ ਹੀ ਗਵਾਦਰ ਦੇ ਵਿੱਚ ਜਿਹੜੇ ਪੰਜਾਬ ਤੋਂ ਗਏ ਮਜ਼ਦੂਰ ਨੇ ਉਹਨਾਂ ਦੇ ਕਤਲ ਦੀ ਮਜ਼ੰਮਤ ਕੀਤੀ ਗਈ। ਅਤੇ ਇਹ ਹਕੂਮਤ ਮੁਖਾਲਫ ਜਮਾਤਾਂ ਦੇ ਇਜਲਾਸ ਦੇ ਜਿਹੜੇ ਮੋਟੇ ਪੁਆਇੰਟਸ ਹਨ ਇਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਹੁਣ ਇੱਕ ਹੋਰ ਪੁਆਇੰਟ ਵੀ ਹੈਗਾ। ਇੱਕ ਗੱਲ ਚੱਲਣ ਡਈ ਕਾਫੀ ਦਿਨਾਂ ਤੋਂ ਕਿ ਸ਼ਾਇਦ PTI ਨੂੰ ਕੁਝ ਰਿਆਇਤਾਂ ਮਿਲਣ ਲੱਗੀਆਂ ਨੇ ਔਰ ਉਹਦੇ ਉੱਤੇ ਕੋਈ ਮੁਜ਼ਾਕਰਾਤ ਹੋ ਰਹੇ ਨੇ ਗਵਰਨਮੈਂਟ ਦੇ ਨਾਲ। ਪਹਿਲੇ ਤਾਂ ਤਰਜਮਾਨ ਪਾਕ ਫੌਜ ਨੇ ਵੀ ਇਹਦੀ ਤਰਦੀਦ ਕੀਤੀ ਔਰ ਉਸ ਤੋਂ ਬਾਅਦ ਹੁਣ ਇਹ ਜਿਹੜੇ ਅਪੋਜੀਸ਼ਨ ਜਮਾਤਾਂ ਦਾ ਇਜਲਾਸ ਹੋਇਆ ਉਹਦੇ ਵਿੱਚ ਵੀ ਉਹਨਾਂ ਨੇ ਤਰਦੀਦ ਕੀਤੀ ਕਿ ਐਸਾ ਕੋਈ ਮੁਜ਼ਾਕਰਾਤੀ ਅਮਲ ਜਿਹੜਾ ਉਹ ਨਹੀਂ ਹੋ ਰਿਹਾ, ਅਤੇ ਇਹ ਐਵੇਂ ਖਬਰਾਂ ਉਡਾਈ ਜਾ ਰਹੀਆਂ। ਹੁਣ ਇਸ ਪੂਰੇ ਅਸੀਂ ਜਿਹੜੇ ਕਮੈਂਟ ਕਰਨਾ ਚਾਹੁੰਦੇ ਉਹਦਾ ਇੱਕ ਦੂਸਰਾ ਹਿੱਸਾ ਉਹਨੂੰ ਅਸੀਂ ਇਹਦੇ ਨਾਲ ਜੋੜਾਂਗੇ। ਉਹ ਹਿੱਸਾ ਇਹ ਵੇ ਕਿ IMF ਨੇ ਕੱਲ੍ਹ ਕਿਹਾ, ਉਹਨਾਂ ਨੇ ਕਿਹਾ ਕਿ ਜਨਾਬ ਪਾਕਿਸਤਾਨ ਦੇ ਵਿੱਚ ਜਿਹੜਾ ਸਿਆਸੀ ਅਮਲ ਹੈ ਉਹ ਗੈਰ ਯਕੀਨੀਪਨ ਦਾ ਸ਼ਿਕਾਰ ਹੈ ਔਰ ਇਹਦੇ ਗੈਰ ਯਕੀਨੀ ਹੋਣ ਦੀ ਵਜ੍ਹਾ ਨਾਲ ਪਾਕਿਸਤਾਨ ਦੀ ਮਈਸ਼ਤ ਨੂੰ ਖਤਰਾਤ ਨੇ। ਇਹ ਗੱਲ IMF ਉਦੋਂ ਕਹਿ ਰਿਹਾ, ਇਹ ਰਿਪੋਰਟ ਬਾਕਾਇਦਾ ਉਹਨਾਂ ਜਾਰੀ ਕੀਤੀ IMF ਨੇ। ਇਹ IMF ਉਦੋਂ ਕਹਿ ਰਿਹਾ ਵੇ ਜਦੋਂ ਪਾਕਿਸਤਾਨ ਉਹਦੇ ਨਾਲ ਇੱਕ ਤਵੀਲ ਮੁੱਦਤੀ ਔਰ ਵੱਡੀ ਰਕਮ ਵਾਲਾ ਜਿਹੜਾ ਮੁਆਹਦਾ ਹੈ ਉਹ ਕਰਨ ਵਾਸਤੇ ਗੱਲਬਾਤ ਕਰਨ ਜਾ ਰਿਹਾ। ਅੱਛਾ, ਪਹਿਲੇ ਪਾਕਿਸਤਾਨ ਤੁਹਾਨੂੰ ਯਾਦ ਹੋਵੇਗਾ ਇਹਦੇ ਨਾਲ ਰੈਫਰੈਂਸ ਜ਼ਰੂਰੀ ਹੈ ਕੋਟ ਕਰਨਾ ਕਿ ਪਿਛਲੀ ਦਫਾ PDM ਗਵਰਨਮੈਂਟ ਦੇ ਵਿੱਚ ਜਦੋਂ ਇਹਨਾਂ ਨੇ ਕਰਜ਼ ਲੈਣਾ ਸੀ ਪਾਕਿਸਤਾਨ ਨੇ IMF ਕੋਲ, ਅਤੇ IMF ਨੇ ਕਿਹਾ ਕਿ ਸਿਰਫ ਹਕੂਮਤ ਦੀ ਗਰੰਟੀ ਕਾਫੀ ਨਹੀਂ ਹੈਗੀ। ਮੁਲਕ ਦੇ ਹਾਲਾਤ ਇਸ ਨਹਿਜ 'ਤੇ ਪਹੁੰਚ ਗਏ ਨੇ ਕਿ ਕੋਈ ਪਤਾ ਨਹੀਂ ਲੱਗਣ ਡਿਆ ਕਿ ਪਾਕਿਸਤਾਨ ਦੇ ਵਿੱਚ ਕਿਹੜੇ ਵੇਲੇ ਇਕਤਦਾਰ 'ਚ ਆ ਜਾਏ। ਅਤੇ ਇਸ ਵਾਸਤੇ ਜਿਹੜੀ ਮਾਤੂਬ ਪਾਰਟੀ ਹੈ ਜਾਂ ਅਪੋਜੀਸ਼ਨ ਜਿਹੜੀਆਂ ਪਾਰਟੀਆਂ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ। ਔਰ ਤੁਹਾਨੂੰ ਯਾਦ ਹੋਏਗਾ
ਤੇ ਫਿਰ ਪੀਟੀਆਈ ਦੇ ਜਿਹੜੇ ਲੀਡਰ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਗਈ, ਇਮਰਾਨ ਖਾਨ ਨਾਲ ਗੱਲ ਹੋਈ ਔਰ ਉਹਦੇ ਵਿੱਚ ਉਹਨਾਂ ਨੇ ਇਹ ਚੰਗਾ ਕੀਤਾ ਕਿ ਮੁਲਕ ਦਾ ਮਾਮਲਾ ਸੀ, ਰਿਆਸਤ ਦਾ ਮਾਮਲਾ ਸੀ ਤੇ ਪੀਟੀਆਈ ਨੇ ਕਹੀ ਠੀਕ ਹੈ ਸਾਨੂੰ ਕੋਈ ਇਤਰਾਜ਼ ਨਹੀਂ, ਸਾਡੇ ਮੁਲਕ ਵਾਸਤੇ ਫਾਇਦੇਮੰਦ। ਇਹ ਅਗਰ ਇਸ ਤਰ੍ਹਾਂ ਹੀ ਗੱਲ ਹੁਣ ਵੀ ਹੁੰਦੀ ਹੈ ਤੇ ਖੁਸ਼ਾਇੰਦ ਹੋਵੇਗੀ, ਕਿਉਂਕਿ ਸਾਨੂੰ ਸਭ ਨੂੰ ਪਹਿਲੇ ਪਾਕਿਸਤਾਨੀ ਹੋਣ ਦੇ ਹਵਾਲੇ ਨਾਲ ਸੋਚਣਾ ਪਏਗਾ। ਸਿਆਸੀ ਤਕਸੀਮ ਸਾਡੀ ਜਾਂ ਸਾਡੇ ਆਪਸ 'ਚ ਇਖਤਲਾਫਾਤ ਜਿਹੜੇ ਨੇ ਉਹ ਬਾਅਦ ਦੀ ਗੱਲ ਹੈ। ਅਸੀਂ ਸਭ ਤੋਂ ਪਹਿਲੇ ਪਾਕਿਸਤਾਨੀ ਹਾਂ ਅਤੇ ਅਸੀਂ ਪਾਕਿਸਤਾਨ ਦੇ ਮਫਾਦ ਨੂੰ ਹੀ ਪੇਸ਼ੇ ਨਜ਼ਰ ਰੱਖ ਕੇ ਗੱਲ ਕਰਨੀ। ਅਤੇ ਇਹਦੇ ਵਿੱਚ IMF ਨੇ ਜਿਹੜਾ ਇਹ ਕਿਹਾ ਵੇ, ਇਸ ਕਹਿਣ ਤੋਂ ਇੱਕ ਇਸ਼ਾਰਾ ਮਿਲਦਾ ਹੈ ਕਿ ਉਹਨਾਂ ਨੇ ਕਿਹਾ ਜਨਾਬ ਅਗਰ ਕਰਜ਼ ਦੇਣੇ ਆ ਤੁਹਾਨੂੰ ਅਤੇ ਸਿਆਸੀ ਅਦਮ ਇਸਤਹਿਕਾਮ ਦੇ ਵਿੱਚ ਮਈਸ਼ਤ ਦੇ ਬਾਕੀ ਸ਼ੋਬੇ ਜਦੋਂ ਪਰਫਾਰਮ ਨਹੀਂ ਕਰਨਗੇ ਅਤੇ ਇਹ ਕਰਜ਼ ਦੀ ਅਦਾਇਗੀ ਮੁਸ਼ਕਲ ਹੋ ਜਾਏਗੀ। ਅਗਰਚੇ ਉਹਨਾਂ ਨੇ ਕੋਈ ਸ਼ਰਤ ਲਾਈਆਂ ਨੇ, ਉਹਨਾਂ ਨੇ ਕਿ ਪੈਨਸ਼ਨਰ ਜਿਹੜੇ ਹੈਗੇ ਨੇ ਉਹਨਾਂ ਦੀ ਆਮਦਨ ਦੇ ਉੱਤੇ ਵੀ ਟੈਕਸ ਲਾਏ ਜਾਣ, ਕੁਝ ਟੈਕਸ ਨੈੱਟ ਜਿਹੜਾ ਉਹ ਵਧਾਇਆ ਜਾਵੇ, ਤਾਜਰਾਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇ, ਦੁਕਾਨਦਾਰਾਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇ, ਇਹਨੂੰ ਵਸੀ ਕੀਤਾ ਜਾਵੇ। ਅਤੇ ਵਜ਼ੀਰ ਖਜ਼ਾਨਾ ਅੱਜ ਵੀ ਪ੍ਰੈਸ ਕਾਨਫਰੰਸ ਕਰਨ ਰਹੇ ਸੀ ਅਤੇ ਉਹਨਾਂ ਨੇ ਕਿਹਾ ਜੀ ਕਿ ਇਹਦੇ 'ਤੇ ਤਾਂ ਕੋਈ ਕੰਪਰੋਮਾਈਜ਼ ਅਸੀਂ ਨਹੀਂ ਕਰਾਂਗੇ ਕਿ ਟੈਕਸ ਨੈੱਟ ਵਧਾਵਾਂਗੇ। ਅਤੇ ਇਹ ਕੁਝ ਚੀਜ਼ਾਂ ਜਿਹੜੀਆਂ ਨੇ ਅਸੀਂ ਇਹਨੂੰ ਅਗਰ ਮਾਸ਼ੀ ਫੈਸਲੇ ਅਤੇ ਇਸ਼ਾਰਿਆਂ ਨੂੰ ਨਾਲ ਮਿਲਾ ਕੇ ਵੇਖੀਏ ਅਤੇ ਇਹਦੇ ਵਿੱਚੋਂ ਹੀ ਸਿਆਸੀ ਅੱਗੇ ਜਿਹੜੀ ਸ਼ਕਲ ਹੈਗੀ ਹੈ ਮੁਲਕ ਦੀ ਉਹ ਸਾਡੇ ਸਾਹਮਣੇ ਨਿਕਲਦੀ ਨਜ਼ਰ ਆਉਂਦੀ। ਅਤੇ ਸਿਆਸੀ ਫੈਸਲੇ ਜ਼ਾਹਿਰ ਹੈ ਜਿਹੜਾ ਘਰ ਕਮਾਉਂਦਾ ਹੈ ਬੰਦਾ, ਘਰ ਦੇ ਵਿੱਚ ਆਰਡਰ ਵੀ ਉਹਦਾ ਚੱਲਦਾ ਹੈ। ਅਤੇ ਅਗਰ ਕਰਜ਼ ਦੇਣ ਵਾਲੇ ਜਿਹੜੇ ਨੇ ਉਹ ਸਾਨੂੰ ਮੁਤਾਲਬਾ ਇਹ ਕਰਨ ਕਿ ਤੁਸੀਂ ਜਨਾਬ ਟੈਕਸ ਲਾਓ ਫਲਾਣੇ ਤਬਕੇ ਦੇ ਉੱਤੇ ਔਰ ਫਲਾਣੇ ਤਬਕੇ ਨੂੰ ਰਾਇਤਾਂ ਦਿਓ, ਫਲਾਣੇ ਸੈਕਟਰ ਨੂੰ ਅਕੋਮੋਡੇਟ ਕਰੋ, ਫਲਾਣੇ ਸੈਕਟਰ ਵਾਸਤੇ ਇਹ ਵਾਲੇ ਪੈਕੇਜ ਲੈ ਕੇ ਆਓ, ਅਤੇ ਨਾਲ ਉਹ ਫਿਰ ਇਹ ਵੀ ਜੇ ਕਹਿ ਦੇਣ ਕਿ ਮੁਲਕ ਦੇ ਵਿੱਚ ਸਿਆਸੀ ਇਸਤਹਿਕਾਮ ਵਾਸਤੇ ਜ਼ਰੂਰੀ ਹੈ ਕਿ ਅਪੋਜੀਸ਼ਨ ਅਤੇ ਗਵਰਨਮੈਂਟ ਦਾ ਜਿਹੜਾ ਬਾਹਮੀ ਤਲਕ ਹੈ ਉਹ ਬਿਹਤਰ ਹੋਵੇ। ਔਰ ਉਹ ਤਲਕ ਬਿਹਤਰ ਕਰਨ ਦਾ ਜ਼ਾਹਿਰ ਕੋਈ ਨਾ ਕੋਈ ਤਾਂ ਪਲੇਟਫਾਰਮ ਹੋਏਗਾ, ਕੋਈ ਤਰੀਕਾਕਾਰ ਹੋਏਗਾ, ਉਹਦੀ ਕੋਈ ਸ਼ਕਲ ਬਣਾਈ ਜਾਏਗੀ ਨਾ। ਇਹ ਜਾਂ ਤਾਂ ਸ਼ਕਲ ਹੋਵੇਗੀ ਕਿ ਪਾਰਲੀਮੈਂਟ ਦੇ ਵਿੱਚ ਦੋਵਾਂ ਦੇ ਵਿੱਚ ਬਿਠਾ ਕੇ ਗੱਲ ਕੀਤੀ ਜਾਏ ਔਰ ਜਿਹੜੇ ਉਹਨਾਂ ਦੇ ਅਪੋਜੀਸ਼ਨ ਦੇ ਵੱਡੇ ਮੁਤਾਲਬਾਤ ਨੇ ਕਿ ਉਹਨਾਂ ਦੇ ਸਿਆਸੀ ਕਾਰਕੁਨ ਔਰ ਸਿਆਸੀ ਰਹਿਨੁਮਾ ਜਿਹੜੇ ਨੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਹੈ ਉਹ ਖ਼ਤਮ ਕੀਤੀ ਜਾਵੇ ਔਰ ਲੀਡਰਸ ਨੂੰ ਰਿਹਾ ਕੀਤਾ ਜਾਵੇ। ਇੱਕ ਤਾਂ ਇਹ ਮੁਤਾਲਬਾ ਉਹਨਾਂ ਦਾ ਹੋਵੇਗਾ। ਦੂਸਰਾ ਉਹਨਾਂ ਦਾ ਇਹ ਹੋਵੇਗਾ ਕਿ ਉਹਨਾਂ ਨੂੰ ਆਪਣਾ ਜਿਹੜਾ ਸਿਆਸੀ ਕਿਰਦਾਰ ਹੈ ਉਹ ਅਦਾ ਕਰਨ ਦੀ ਇਜਾਜ਼ਤ ਦਿੱਤੀ ਜਾਏ, ਜਾਂ ਹੋਰ ਇਸ ਮੁਕੱਦਮਾਤ ਖ਼ਤਮ ਕਰਨ ਤੋਂ ਇਲਾਵਾ ਵੀ ਬਾਕੀ ਵੀ ਚੀਜ਼ਾਂ ਜਿਹੜੀਆਂ ਉਹਨਾਂ ਦੇ ਕੰਸਰਨ ਹੈਗੇ ਨੇ ਉਹਨਾਂ ਦੇ ਉੱਤੇ ਗੱਲ ਹੋ ਸਕਦੀ। ਔਰ ਫਿਰ ਇਹ ਅਲੱਗ ਗੱਲ ਹੈ ਕਿ ਇਹ ਕਿੰਨੀ ਗੁੰਜਾਇਸ਼ ਮੌਜੂਦ ਹੈ। ਜ਼ਾਹਿਰ ਕਾਨੂੰਨ ਵੀ ਤਾਂ ਕਿਤੇ ਜਾਵੇ ਨਾ। ਅਸੀਂ ਇਸ ਤਰ੍ਹਾਂ ਤਾਂ ਨਹੀਂ ਹੋ ਸਕਦਾ ਕਿ ਅੱਖਾਂ ਬੰਦ ਕਰਕੇ ਕਿ ਅਦਾਲਤਾਂ ਛੱਡ ਦੇਣ ਜਾਂ ਪੁਲਿਸ ਛੱਡ ਦੇਵੇ ਜਾਂ ਐਸਟੈਬਲਿਸ਼ਮੈਂਟ ਕਵੇ ਛੱਡ ਦਿਓ ਤਾਂ ਛੱਡਿਆ ਜਾਵੇ। ਇੱਕ ਤਰੀਕਾਕਾਰ ਬਹਰਹਾਲ ਹੁੰਦਾ ਔਰ ਉਹ ਤਰੀਕਾਕਾਰ ਜਿਹੜਾ ਉਹ ਇਹ ਮੁਸਾਲਹਤ ਅਗਰ ਹੁੰਦੀ ਹੈ ਜਾਂ ਉਹਦਾ ਅਮਲ ਸ਼ੁਰੂ ਹੁੰਦਾ ਹੈ ਅਤੇ ਫਿਰ ਉਹ ਤੈਅ ਕਰੇਗਾ ਕਿ ਉਹ ਤਰੀਕਾਕਾਰ ਕੀ ਹੋਏਗਾ। ਤਹਿਰੀਕ ਇਨਸਾਫ ਦਾ ਹਾਲੇ ਤੱਕ ਮੈਂ ਦੇਖਿਆ ਹੈ ਜੋ ਲਾਸਟ ਡੇ ਉਹਨਾਂ ਦਾ ਸਟੇਟਮੈਂਟ ਆਇਆ ਵੇ ਤਰਜਮਾਨ ਦਾ, ਅਤੇ ਉਹਨੇ ਕਿਹਾ ਜੀ ਕਿ ਅਸੀਂ ਕੋਈ ਤਰੀਕਾ ਦੂਸਰਾ ਕਬੂਲ ਨਹੀਂ ਕਰਾਂਗੇ, ਅਸੀਂ ਅਦਾਲਤਾਂ 'ਚੋਂ ਰਿਹਾ ਹੋਣਾ ਔਰ ਅਦਾਲਤਾਂ ਨੂੰ ਫੇਸ ਕਰਨਾ ਪਸੰਦ ਕਰਾਂਗੇ। ਜੀ ਬਿਸਮਿਲ੍ਲਾ, ਇੰਝ ਹੀ ਕਰੋ ਤੁਸੀਂ। ਲੇਕਿਨ ਇੱਕ ਗੱਲ ਜ਼ਰੂਰ ਹੈਗੀ ਕਿ ਮੁਲਕ ਜਿੱਥੇ ਖਲੋਤਾ ਹੈ, ਬੈਨ ਅਲ-ਕੌਮੀ ਇਦਾਰੇ ਜਿੱਥੇ ਵੇਖਣ ਡਏ ਨੇ ਪਾਕਿਸਤਾਨ ਨੂੰ, ਇਹਦੇ ਵਿੱਚ ਨਾ ਤਾਂ ਅਪੋਜੀਸ਼ਨ ਇਕੱਲੀ ਕੁਝ ਕਰ ਸਕਦੀ ਅਤੇ ਨਾ ਹੁਕੂਮਤ ਕਰ ਸਕਦੀ। ਔਰ ਆਵਾਮ ਜਿਹੜੇ ਨੇ ਉਹ ਕਦੀ ਇੱਕ ਪਾਸੇ ਵੇਖਦੇ ਨੇ ਅਤੇ ਕਦੀ ਦੂਜੇ ਪਾਸੇ। ਉਹਨਾਂ ਨੂੰ ਸਮਝ ਲੱਗਣ ਡਈ ਕਿ ਮੁਲਕ ਕਿਹੜੀ ਸਿਮਤ ਜਾ ਰਿਹਾ। ਜੇ ਸਮਝ ਨਹੀਂ ਲੱਗਣ ਡਈ ਅਤੇ ਉਹਨਾਂ ਤਾਕਤਾਂ ਨੂੰ ਨਹੀਂ ਲੱਗਣ ਡਈ ਸਿਆਸੀ ਨੂੰ ਜਿਹੜੇ ਇੱਕ ਦੂਸਰੇ ਨਾਲ ਲੜਦੇ ਪਏ ਨੇ ਔਰ ਮੁਲਕ ਦਾ ਜਿਹੜਾ ਹੈ ਮਫਾਦ ਉਹ ਦਾਅ 'ਤੇ ਲੱਗਾ ਆ। ਇਹ ਜਿਹੜੀ ਸੂਰਤ ਹਾਲ ਹੈ, ਅਸੀਂ ਆਸਾਨੀ ਦੇ ਨਾਲ ਕਿਸੇ ਇੱਕ ਪਾਰਟੀ ਨੂੰ, ਕਿਸੇ ਇੱਕ ਇਦਾਰੇ ਨੂੰ ਅਸੀਂ ਤਨਕੀਦ ਦਾ ਨਿਸ਼ਾਨਾ ਬਣਾ ਦਿੰਦੇ। ਅਸੀਂ ਉਹਦੀ ਪੋਜੀਸ਼ਨ ਨਹੀਂ ਦੇਖਦੇ ਜਾਂ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਅਤੇ ਜਿੰਨੀ ਦੇਰ ਤੱਕ ਅਸੀਂ ਇੱਕ ਦੂਸਰੇ ਦੀ ਪੋਜੀਸ਼ਨ ਨੂੰ, ਉਹਦੀ ਸ਼ਿਕਾਇਤ ਨੂੰ ਨਹੀਂ ਸਮਝਾਂਗੇ, ਉਹਦੇ ਜਿਹੜੇ ਕੰਸਰਨ ਹੈਗੇ ਨੇ ਉਹ ਨਹੀਂ ਸਮਝਾਂਗੇ, ਇਹ ਨਹੀਂ ਸਮਝਾਂਗੇ ਕਿ ਇਸ ਵਕਤ ਦੁਨੀਆ ਦੇ ਵਿੱਚ ਖਾਸ ਸਿਚੁਏਸ਼ਨ ਹੈ ਔਰ ਉਸ ਸਿਚੁਏਸ਼ਨ ਦੇ ਵਿੱਚ ਪਾਕਿਸਤਾਨ ਜਿਹੜਾ ਹੈ ਉਹ ਫਸਿਆ ਹੋਇਆ ਵੇ। ਬਹੁਤ ਸਾਰੇ ਫੈਸਲੇ ਪਾਕਿਸਤਾਨ ਇਸ ਵਾਸਤੇ ਕਰਨ ਰਿਹਾ ਕਿ ਮਜਬੂਰੀ ਹੁੰਦੀ, ਔਰ ਇਸ ਮਜਬੂਰੀ ਦੇ ਵਿੱਚ ਅਗਰ ਕਿਤੇ ਕਿਸੇ ਨੂੰ ਆਪਣੀ ਪੋਲੀਟੀਕਲ ਪੋਜੀਸ਼ਨ ਜਾਂ ਦੂਸਰੀ ਕੋਈ ਅਹਿਮ ਪੋਜੀਸ਼ਨ ਕੰਪਰੋਮਾਈਜ਼ ਕਰਨੀ ਪੈਂਦੀ ਹੈ ਅਤੇ ਉਹਨੂੰ ਜ਼ਰੂਰ ਵੇਖਣਾ ਚਾਹੀਦਾ ਕਿ ਇਹ ਅਗਰ ਰਿਆਸਤ ਦੇ ਮਫਾਦ 'ਤੇ ਹੋ ਰਿਹਾ ਤਾਂ ਇਹਦੇ 'ਚ ਕੋਈ ਹਰਜ ਨਹੀਂ ਹੈ। ਸਿਆਸਤ ਹੁੰਦੀ ਰਹੇਗੀ।
ਇਹ ਉਹਦੇ ਇਹ ਸਾਰੀਆਂ ਮੁਫਾਦਾਤ ਜਿਹੜੇ ਨੇ ਇਹ ਫਿਰ ਵੀ ਸਾਨੂੰ ਮਿਲਦੇ ਰਹਿਣਗੇ, ਲੇਕਿਨ ਬੁਨਿਆਦੀ ਗੱਲ ਹੈ ਇਹ ਮੁਲਕ ਦਾ ਜਿਹੜਾ ਫਾਇਦਾ ਹੈ ਉਹ ਜਿੱਥੇ ਹੈਗਾ ਵੇ ਉਸ ਪਾਸੇ ਥੋੜ੍ਹਾ ਜਿਹਾ ਕੀਤਾ ਅਤੇ ਲਚਕ ਵਿਖਾਏ ਬਗੈਰ ਤਾਂ ਮੇਰਾ ਭਰਾ ਗੱਲ ਨਹੀਂ ਵਧਣੀ। ਪਹਿਲੇ ਹੋਰ ਤਰ੍ਹਾਂ ਲਚਕ ਹੁੰਦੀ ਰਹੀ ਅਤੇ ਹੁਣ ਲਚਕ ਦੀ ਸ਼ਕਲ ਬਦਲ ਸਕਦੀ, ਅਤੇ ਉਹ ਸ਼ਕਲ ਕੀ ਹੋਵੇਗੀ ਇਹ ਆਰਫ ਅਲਵੀ ਸਾਹਿਬ ਕੋ ਪੁੱਛਿਆ ਜਾ ਸਕਦਾ ਹੈ, ਕਿਉਂਕਿ ਇਸ ਟਾਈਮ ਜਿਹੜੀਆਂ ਮੇਰਾ ਖਿਆਲ ਹੈ ਕਿ ਮੁਜ਼ਾਕਰਾਤ ਦੇ ਹਵਾਲੇ ਨਾਲ ਜਾਂ ਰਾਬਤਿਆਂ ਦੇ ਹਵਾਲੇ ਨਾਲ ਜਿਹੜੀਆਂ ਕੁਝ ਕਾਬਲ ਇਤਬਾਰ ਸ਼ਖਸੀਅਤ ਸਾਹਮਣੇ ਆਈਆਂ ਨੇ ਉਹਨਾਂ 'ਚ ਆਰਫ ਅਲਵੀ ਸਾਹਿਬ ਹੈਗੇ ਨੇ ਸਾਬਕ ਸਦਰ। ਅਤੇ ਵੇਖੋ ਅਗਲੇ ਚੰਦ ਦਿਨਾਂ ਦੇ ਵਿੱਚ ਕੀ ਨਿਕਲਦਾ, ਲੇਕਿਨ IMF ਨੇ ਜੋ ਕੁਝ ਕਿਹਾ ਉਹਨੂੰ ਧਿਆਨ 'ਚ ਰੱਖਿਆ ਜੇ ਉਹਨੇ ਕੀ ਕਿਹਾ।